ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਮਿਲੇ ਕਰੋਨਾ ਦੇ ਨਵੇਂ ਸਟ੍ਰੇਨ 3 ਮਾਮਲਿਆਂ ਨੇ ਮਚਾਇਆ ਹੜਕੰਪ। ਰਵੀ ਸਿੰਘ ਦੇ ਹੱਕ ਦੇ ਵਿੱਚ ਕੈਨੇਡਾ ਦੇ ਐਮਪੀ ਇੱਕ ਚੈਨਲ ਨੇ ਰਵੀ ਸਿੰਘ ਨੂੰ ਕਿਹਾ ਅੱਤਵਾਦੀ। ਕੈਨੇਡਾ ਦੇ ਵਿੱਚ ਫਿਰ ਉੱਠੀ ਕਿਸਾਨਾਂ ਦੇ ਲਈ ਆਵਾਜ਼, ਗੁਰਦੁਆਰਿਆਂ ਦੇ ਵਿੱਚ ਜਿੱਤ ਲਈ ਅਰਦਾਸਾਂ। ਹੁਣ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਆਵੇਗਾ ਸੁਧਾਰ, ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਹੋਵੇਗਾ ਖਾਸ ਰੋਲ। ਓਨਟਾਰੀਓ ਦੇ ਵਿੱਚ ਰੁਕੀ ਵੈਕਸੀਨੇਸ਼ਨ, ਜਾਣੋ ਕੀ ਹੈ ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ। ਟੋਰਾਂਟੋ ਦੇ ਵਿੱਚ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਜਾ ਰਹੀ ਹੈ। ਇਹ ਅੰਦੋਲਨ ਭਾਰਤ ਤੱਕ ਸੀਮਿਤ ਨਹੀਂ ਰਿਹਾ, ਬਲਕਿ ਲਗਾਤਾਰ ਵਿਦੇਸ਼ਾਂ ਦੇ ਵਿੱਚ ਵੀ ਇਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜੋ ਭਾਰਤ ਸਰਕਾਰ ਵੱਲੋਂ ਖੇਤੀਬਾੜੀ ਦੇ ਨਾਲ ਸੰਬੰਧਿਤ 3 ਕਾਨੂੰਨ ਲਿਆਂਦੇ ਗਏ। ਟੋਰਾਂਟੋ, ਬਰੈਂਪਟਨ ਅਤੇ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਕਾਰ ਟਰੱਕ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਸੋ ਅਜਿਹੀਆਂ ਰੈਲੀਆਂ ਫਿਰ ਤੋਂ ਦੇਖਣ ਨੂੰ ਮਿਲੀਆਂ। ਨਾਲ ਹੀ ਇਹ ਵੀ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਕਿਸਾਨਾਂ ਦੀ ਜਿੱਤ ਦੇ ਲਈ ਅਰਦਾਸ ਕੀਤੀ ਗਈ ਹੈ। ਕਿਸਾਨ ਜਥੇਬੰਦੀਆਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਕੈਨੇਡਾ ਦੇ ਵਿੱਚ ਜਿਹੜੇ ਵਸਦੇ ਪੰਜਾਬੀ ਨੇ ਉਹ ਵੀ ਲਗਾਤਾਰ ਆਪਣੀ ਇਸੇ ਤਰ੍ਹਾਂ ਆਵਾਜ਼ ਬੁਲੰਦ ਕਰਦੇ ਰਹਿਣ ਤਾਂ ਕਿ ਕਿਸਾਨਾਂ ਦੀ ਇਸ ਦੇ ਵਿੱਚ ਜਿੱਤ ਹੋਵੇ। ਕੈਨੇਡਾ ਦੀ ਧਰਤੀ ਦੇ ਉੱਪਰ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇੱਥੇ ਕਿਸਾਨ ਅੰਦੋਲਨ ਨੂੰ ਸਮਰਥਨ ਦਿੰਦਿਆਂ ਕਾਰ ਅਤੇ ਟਰੱਕ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਵੈਨਕੂਵਰ ਅਤੇ ਟੋਰਾਂਟੋ ਦੇ ਵਿੱਚ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ। ਟੋਰਾਂਟੋ ਦੇ ਭਾਰਤੀ ਕੌਂਸਲੇਟ ਦਫ਼ਤਰ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੇ ਵਿੱਚ ਬੱਚਿਆਂ ਤੋਂ ਲੈ ਕੇ ਨੌਜਵਾਨ ਤੇ ਬਜ਼ੁਰਗਾਂ ਨੇ ਭਾਗ ਲਿਆ। ਇੱਕ ਦਿਨ ਪਹਿਲਾਂ ਵੀ ਇੱਥੇ ਪ੍ਰੋਟੈਸਟ ਕੀਤਾ ਗਿਆ ਸੀ। ਇਸੇ ਤਰ੍ਹਾਂ ਦੇ 2 ਪ੍ਰੋਟੈਸਟ ਬਰੈਂਪਟਨ ਵੀ ਹੋਏ ਹਨ। ਦਰਅਸਲ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਨੂੰ ਲੈ ਕੇ ਅਪੀਲ ਕੀਤੀ ਗਈ ਸੀ। ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਦੇ ਲਈ ਸੱਦਾ ਦਿੱਤਾ ਗਿਆ ਸੀ। ਨਾਲ ਹੀ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੀ ਜਿੱਤ ਦੇ ਲਈ ਅਰਦਾਸ ਕੀਤੀ ਗਈ। ਅਜਿਹਾ ਕਰਨ ਦੀ ਅਪੀਲ ਵੀ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਸੀ। ਇਹ ਕਿਸਾਨ ਅੰਦੋਲਨ ਦੀ ਸ਼ੁਰੂਆਤ ਚਾਹੇ ਭਾਰਤ ਦੀ ਧਰਤੀ ਤੋਂ ਹੋਈ ਹੈ, ਪਰ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵੀ ਇਸ ਦੀ ਗੂੰਜ ਲਗਾਤਾਰ ਸੁਣਾਈ ਦਿੰਦੀ ਹੈ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਪ੍ਰੋਟੈਸਟ ਕੀਤੇ ਜਾ ਰਹੇ ਹਨ। ਆਪਣਾ ਗੁੱਸਾ ਇਹਨਾਂ ਕਾਨੂੰਨਾਂ ਦੇ ਖਿਲਾਫ ਖੇਤੀਬਾੜੀ ਦੇ ਨਾਲ ਜੋ ਸੰਬੰਧਿਤ ਹਨ ਦਿਖਾਇਆ ਜਾ ਰਿਹਾ ਹੈ। ਅਪੀਲ ਕੀਤੀ ਜਾ ਰਹੀ ਹੈ ਕਿ ਭਾਰਤ ਸਰਕਾਰ ਇਹ ਜੋ 3 ਕਾਨੂੰਨ ਲੈ ਕੇ ਆਈ ਹੈ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਕਿਸਾਨਾਂ ਦੀ ਗੱਲ ਨੂੰ ਸੁਣਿਆ ਜਾਵੇ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੂੰ ਇੱਕ ਨਿੱਜੀ ਵੱਡੇ ਚੈਨਲ ਵੱਲੋਂ ਅੱਤਵਾਦੀ ਕਿਹਾ ਗਿਆ ਤੇ ਉਹਨਾਂ ਦੇ ਹੱਕ ਦੇ ਵਿੱਚ ਹੁਣ ਕੈਨੇਡਾ ਦੇ ਐਮਪੀ ਆਏ ਹਨ। #IamWithKhalsaAid ਚਲਾਇਆ ਗਿਆ, ਜੋ ਕਿ ਟ੍ਰੈਂਡ ਕੀਤਾ ਭਾਰਤ ਤੇ ਕੈਨੇਡਾ ਦੋਹਾਂ ਦੇਸ਼ਾਂ ਦੇ ਵਿੱਚ। ਇਸ ਤੋਂ ਬਾਅਦ ਕਈ ਐਮਪੀ ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਰਵੀ ਸਿੰਘ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ। ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਹਨਾਂ ਵੱਲੋਂ ਚੁੱਕੀ ਗਈ ਹੈ। ਭਾਰਤ ਦੇ ਇੱਕ ਵੱਡੇ ਨਿੱਜੀ ਚੈਨਲ ਵੱਲੋਂ ਖਾਲਸਾ ਏਡ ਨੂੰ ਲੈ ਕੇ ਕਈ ਸਵਾਲ ਚੁੱਕੇ ਗਏ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੂੰ ਅੱਤਵਾਦੀ ਕਿਹਾ ਗਿਆ। ਇਸ ਦਾ ਜਵਾਬ ਤਾਂ ਰਵੀ ਸਿੰਘ ਵੱਲੋਂ ਲਾਈਵ ਹੋ ਕੇ ਦਿੱਤਾ ਗਿਆ, ਪਰ ਉਹਨਾਂ ਦੇ ਹੱਕ ਦੇ ਵਿੱਚ #IamWithKhalsaAid ਚਲਾਇਆ ਗਿਆ। ਇਹ ਹੈਸ਼ਟੈਗ ਭਾਰਤ ਅਤੇ ਕੈਨੇਡਾ ਦੋਹਾਂ ਮੁਲਕਾਂ ਦੇ ਵਿੱਚ ਟ੍ਰੈਂਡ ਕੀਤਾ। ਕੈਨੇਡਾ ਦੇ ਬਹੁਤ ਸਾਰੇ ਐਮਪੀਆਂ ਵੱਲੋਂ ਇਸ ਦਾ ਸਮਰਥਨ ਕੀਤਾ ਗਿਆ। ਟਿਮ ਉਪਲ, ਜਸਰਾਜ ਹੱਲਣ, ਰਚਨਾ ਸਿੰਘ, ਰਣਦੀਪ ਸਰਾਏ ਅਤੇ ਗੁਰਰਤਨ ਸਿੰਘ ਨੇ ਆਪਣੀ ਸਪੋਰਟ ਖਾਲਸਾ ਏਡ ਦੇ ਨਾਲ ਦਿਖਾਈ। ਇਹਨਾਂ ਐਮਪੀਜ਼ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਰਵੀ ਸਿੰਘ ਦਾ ਸਾਥ ਦਿੰਦਿਆਂ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਖਾਲਸਾ ਏਡ ਦੇ ਉੱਪਰ ਸਵਾਲ ਚੁੱਕਣ ਵਾਲੇ ਮੀਡੀਆ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਈ ਸਾਲਾਂ ਤੋਂ ਇਹ ਸੰਸਥਾ ਲੋੜਵੰਦਾਂ ਦੀ ਮਦਦ ਕਰਦੀ ਆ ਰਹੀ ਹੈ। ਚਾਹੇ ਉਹ ਕੋਈ ਵੀ ਦੇਸ਼ ਹੋਵੇ ਜਾਂ ਕੁਝ ਵੀ ਵਾਪਰਿਆ ਹੋਵੇ, ਉਹ ਹਮੇਸ਼ਾ ਮਦਦ ਦੇ ਲਈ ਅੱਗੇ ਆਉਂਦੇ ਹਨ। ਦੱਸੀਏ ਕਿ ਖਾਲਸਾ ਏਡ ਵੱਲੋਂ ਇਸ ਸਮੇਂ ਕਿਸਾਨ ਅੰਦੋਲਨ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਕਈ ਲੋਕ ਉਹਨਾਂ ਦੇ ਉੱਪਰ ਸਵਾਲ ਚੁੱਕ ਰਹੇ ਹਨ ਅਤੇ ਭਾਰਤ ਦੇ ਇੱਕ ਵੱਡੇ ਨਿੱਜੀ ਚੈਨਲ ਨੇ ਤਾਂ ਉਹਨਾਂ ਨੂੰ ਅੱਤਵਾਦੀ ਕਹਿ ਦਿੱਤਾ। ਜਿਹੜੀ ਦੁਨੀਆ ਤੇ ਉਹ ਸਾਰੀ ਸੰਗਤ ਇਸ ਵੇਲੇ ਸਾਨੂੰ ਟੈਗ ਕਰਕੇ ਜਿਹੜਾ ਹੈਸ਼ਟੈਗ ਵਰਤ ਰਹੇ ਆ I am with Khalsa Aid ਟਵਿੱਟਰ ਤੇ, ਇੰਸਟਾਗ੍ਰਾਮ ਤੇ, ਫੇਸਬੁੱਕ ਤੇ, ਕੈਨੇਡਾ ਤੋਂ, ਅਮਰੀਕਾ ਤੋਂ, ਇੰਡੀਆ ਤੋਂ, ਇੰਗਲੈਂਡ ਤੋਂ, ਆਸਟ੍ਰੇਲੀਆ, ਸਾਰੀ ਦੁਨੀਆ ਤੋਂ, ਯੂਰਪ ਤੋਂ ਹਜ਼ਾਰਾਂ ਤੋਂ ਹਜ਼ਾਰ, ਲੱਖਾਂ ਤੋਂ ਲੱਖ ਖਾਲਸਾ ਏਡ ਦੇ ਜਿਹੜੇ ਸਪੋਰਟਰ ਆ, ਜਿਹੜੇ ਪਿਆਰ ਕਰਦੇ ਖਾਲਸਾ ਏਡ ਨੂੰ, ਉਹਨੇ ਲਿਖਿਆ #IamWithKhalsaAid #IamWithKhalsaAid। ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
ਕਿਉਂਕਿ ਉਹਨੇ ਸਾਨੂੰ ਬਹੁਤ ਪਿਆਰ ਦਿਖਾ ਲਿਆ। ਹੁਣ ਅਮਰੀਕਾ ਕੈਨੇਡਾ ਸਾਰੇ ਪਾਸੇ ਟ੍ਰੈਂਡ ਹੋ ਰਿਹਾ ਵੀ ਅਸੀਂ ਖਾਲਸੇ ਨੂੰ ਸਪੋਰਟ ਕਰਦੇ ਹਾਂ। ਅਤੇ ਦੂਜੇ ਪਾਸੇ ਤੇ ਸਾਡੇ ਜਿਹੜੇ ਭਈ ਖਿਲਾਫ ਆ ਉਹਨੇ ਵੀ ਜ਼ੋਰ ਲਾਇਆ ਆ ਕੈਂਪੇਨ ਕਰਨ ਦਾ, ਭਈ ਇਹਨਾਂ ਨੂੰ ਦਿਖਾ ਦੇਣਾ ਭਈ ਜਿਹੜੇ ਖਾਲਸਾ ਏਡ ਆ ਜਾਂ ਸਾਡੇ ਚੜ੍ਹਦੀ ਕਲਾਂ ਡਟ ਕੇ ਮੋਹਰੇ ਹੋਏ ਸੇਵਾਦਾਰ ਆ, ਭਈ ਸਾਡੇ ਉੱਪਰ ਲਾਇਆ ਲੇਬਲ ਅੱਤਵਾਦੀਆਂ ਦਾ। ਸੋ ਮੈਂ ਕੱਲ੍ਹ ਪਰਸੋਂ ਵੀ ਲਾਈਵ ਕੀਤਾ ਸੀਗਾ। ਅੱਜ ਜਿਹੜਾ ਲਾਈਵ ਆ, ਪਹਿਲਾਂ ਤੁਸੀਂ ਆਪਣੇ ਜਿਹੜੇ ਸਾਡੇ ਸੇਵਾਦਾਰ ਮੋਹਰੇ ਹੋਏ ਆ, ਦਿਨ ਦਿਹਾੜੀ ਚੜ੍ਹਦੀ ਕਲਾਂ ਸੇਵਾ ਕਰ ਰਹੇ ਆ, ਸਾਡੀਆਂ ਟੀਮਾਂ ਆ, ਟਰਸਟੀ ਆ, ਇੰਡੀਆ ਵਿੱਚ ਹੋਵੇ, ਅਮਰੀਕਾ ਕੈਨੇਡਾ, ਐਸੇ ਦਿੱਲੀ ਦੇ ਵਿੱਚ ਬਹੁਤ ਹੀ ਚੜ੍ਹਦੀ ਕਲਾਂ ਸੇਵਾ ਕਰ ਰਹੇ ਆ, ਅਤੇ ਉਹਨਾਂ ਨੂੰ ਅਸੀਂ ਪਰਸਨਲੀ ਧੰਨਵਾਦ ਕਰਦੇ ਹਾਂ। ਅਤੇ ਸਾਡਾ ਇਹੀ ਮੈਸੇਜ ਆ, ਸਾਡਾ ਇਤਿਹਾਸ ਹੀ ਇਹ ਆ, ਸਾਡਾ ਇਤਿਹਾਸ ਹੀ ਇਹ ਆ ਭਈ ਜਦੋਂ ਵੀ ਕੋਈ ਵੀ ਸਿੱਖਾਂ ਦਾ, ਸਪੈਸ਼ਲੀ ਹੁਣ ਪਿਛਲੇ 50 ਸਾਲ ਤੋਂ ਕੋਈ ਸਿੱਖਾਂ ਨੂੰ ਕੋਈ ਵਾਹ ਕਰਦਾ, ਕੋਈ ਪਿਆਰ ਕਰਦਾ, ਬੱਲੇ ਬੱਲੇ ਬਾਹਰ ਹੁੰਦੀ ਆ, ਉਹਨੂੰ ਦੱਬਣ ਦੀ ਕੋਸ਼ਿਸ਼ ਬਹੁਤ ਕੀਤੀ ਜਾਂਦੀ ਆ। ਕਿਉਂਕਿ ਜਿਹੜੇ ਸਾਡੇ ਖਿਲਾਫ ਆ ਉਹ ਚਾਹੁੰਦੇ ਬਸ ਅਸੀਂ ਆਪਣੇ ਹੱਥ ਰਫਲਾਂ ਹੀ ਫੜੀਏ, ਹੋਰ ਨਾ ਕੁਛ ਹੋਵੇ। ਅਤੇ ਜਦੋਂ ਤੁਸੀਂ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਉਂਦੇ, ਲੰਗਰ ਛਕਾਉਂਦੇ ਜਾਂ ਪਿਆਸੇ ਨੂੰ ਪਾਣੀ ਪਿਲਾਉਂਦੇ ਆ ਅਤੇ ਤੁਹਾਨੂੰ ਦੁਨੀਆ ਪਿਆਰ ਕਰਦੀ ਆ, ਉਹ ਪਿਆਰ ਚੁੱਭਦਾ। ਉਹ ਪਿਆਰ ਕਿਉਂ ਚੁੱਭਦਾ? ਕਿਉਂਕਿ ਉਹ ਨਫ਼ਰਤ ਚਾਹੁੰਦੇ ਆ। ਉਹ ਚਾਹੁੰਦੇ ਅਸੀਂ ਵੀ ਨਫ਼ਰਤ ਦਾ ਜਵਾਬ ਨਫ਼ਰਤ ਦੇਈਏ। ਸਾਨੂੰ ਪਰਸਨਲੀ ਮੈਨੂੰ ਬਹੁਤ ਮਾਣ ਆ ਸਾਡੇ ਜਿਹੜੇ ਸੇਵਾਦਾਰਾਂ 'ਤੇ ਸਾਡੀ ਟੀਮ ਆ ਸਾਰੇ ਇੰਡੀਆ ਵਿੱਚ, ਬਾਹਰ ਵੀ ਜਿਹੜੇ ਆ ਭਈ ਉਹ ਕੋਈ ਮਾੜਾ ਨਹੀਂ ਬੋਲ ਰਿਹਾ, ਕੋਈ ਗੰਦੇ ਲਫ਼ਜ਼ ਨਹੀਂ ਯੂਜ਼ ਕਰ ਰਿਹਾ ਕਿਸੇ ਦੇ ਖਿਲਾਫ, ਨਾ ਰਿਪੋਰਟਰਾਂ ਦੇ ਖਿਲਾਫ ਅਤੇ ਨਾ TV ਚੈਨਲ ਦੇ ਖਿਲਾਫ ਜਿਹੜੇ ਭਈ ਸਾਡੇ ਖਿਲਾਫ ਬੋਲ ਰਹੇ ਆ। ਇਹਦੇ ਵਿੱਚ ਬਹੁਤ ਵੱਡੀ ਮਾਣ ਦੀ ਗੱਲ ਆ, ਕਿਉਂਕਿ ਇੱਕ ਸਾਡਾ ਸਟੈਂਡਰਡ ਆ। ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ, ਜਦੋਂ ਕਿ ਸਾਨੂੰ ਮਾੜਾ ਬੋਲਦਾ, ਅਸੀਂ ਨਹੀਂ ਉਹਨਾਂ ਨੂੰ ਕੋਈ ਗਾਲਾਂ ਕੱਢਣੀਆਂ ਜਾਂ ਮਾੜਾ ਬੋਲਣਾ ਜਾਂ ਗੰਦੀਆਂ ਗਾਲਾਂ ਕੱਢਣੀਆਂ। ਫਿਰ ਸਾਡਾ ਸਟੈਂਡਰਡ ਡਿੱਗ ਜਾਂਦਾ। ਜਦੋਂ ਸਾਡਾ ਸਟੈਂਡਰਡ ਡਿੱਗ ਜਾਂਦਾ, ਜੋ ਉਹ ਕਰਨਾ ਚਾਹੁੰਦੇ ਆ ਸਾਡੇ ਜਿਹੜੇ ਖਿਲਾਫ ਆ ਉਹ ਜਿੱਤ ਜਾਂਦੇ। ਸਾਡਾ ਸਟੈਂਡਰਡ ਕੀ ਆ? ਸਾਡਾ ਸਟੈਂਡਰਡ ਹੈਗਾ ਚੜ੍ਹਦੀ ਕਲਾਂ। ਸਾਡੇ ਸੇਵਾਦਾਰ ਦਿਨ ਦਿਹਾੜੀ ਦਿੱਲੀ ਲੱਗੇ ਹੋ ਆ, ਅਮਰਪ੍ਰੀਤ ਸੋਨੀ ਕੋਆਰਡੀਨੇਟ ਕਰ ਰਹੇ, ਹੋਰ ਵੀ ਟਰਸਟੀ ਸਾਰੇ ਨਾਲ ਆਲੇ ਦੁਆਲੇ, ਹੋਰ ਵੀ ਪਿੰਡਾਂ 'ਚੋਂ ਆ ਕੇ, ਸ਼ਹਿਰਾਂ 'ਚੋਂ ਆ ਕੇ, ਡਿਫਰੈਂਟ ਸਟੇਟਾਂ 'ਚੋਂ ਆ ਕੇ ਹੋਰ ਜਥੇਬੰਦੀਆਂ ਜਿਹੜੇ ਖਾਲਸਾ ਨਾਲ ਨਹੀਂ ਜੁੜੇ ਪਰ ਆਮ ਸੇਵਾ ਕਰ ਰਹੇ, ਉਹ ਵੀ ਚੜ੍ਹਦੀ ਕਲਾਂ ਸੇਵਾ ਕਰ ਰਹੇ ਆ। ਅਤੇ ਮੈਨੂੰ ਬਹੁਤ ਮੈਸੇਜ ਆ ਰਿਹਾ ਅੱਜ ਵੀ, ਕੱਲ੍ਹ ਵੀ, ਅਸੀਂ ਤੁਹਾਡੇ ਨਾਲ ਹਾਂ। ਸਾਨੂੰ ਪਤਾ ਵੀ ਤੁਹਾਡੇ ਖਿਲਾਫ ਕਿੰਨਾ ਗੰਦ ਜਾਣ ਕੇ ਫੈਲਾ ਰਹੇ ਆ ਜਿਹੜੇ ਵੀ ਗੋਦੀ ਮੀਡੀਆ। ਕੋਵਿਡ-19 ਦਾ ਨਵਾਂ ਸਟ੍ਰੇਨ ਬ੍ਰਿਟੇਨ ਦੇ ਵਿੱਚ ਪਾਇਆ ਗਿਆ। ਜਾਣਕਾਰੀ ਮਿਲਦਿਆਂ ਬਾਕੀ ਦੇਸ਼ਾਂ ਵੱਲੋਂ ਕਦਮ ਚੁੱਕਿਆ ਗਿਆ ਤੇ ਬ੍ਰਿਟੇਨ ਦੇ ਨਾਲ ਸਾਰੀਆਂ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ। ਕੈਨੇਡਾ ਦੇ 3 ਪ੍ਰੋਵਿੰਸਸ ਦੇ ਵਿੱਚ ਵੀ ਇਸ ਦੇ ਨਾਲ ਸੰਬੰਧਿਤ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਬ੍ਰਿਟਿਸ਼ ਕੋਲੰਬੀਆ, ਓਨਟਾਰੀਓ ਤੇ ਓਟਵਾ ਦੇ ਵਿੱਚ ਮਰੀਜ਼ ਇਸ ਨਵੇਂ ਸਟ੍ਰੇਨ ਦੇ ਨਾਲ ਪੋਜ਼ਿਟਿਵ ਪਾਏ ਗਏ ਹਨ। ਉਹਨਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਕੋਵਿਡ-19 ਦਾ ਨਵਾਂ ਰੂਪ ਸਭ ਤੋਂ ਪਹਿਲਾਂ ਬ੍ਰਿਟੇਨ ਦੇ ਵਿੱਚ ਮਿਲਿਆ। ਜਿਉਂ ਹੀ ਬਾਕੀ ਦੇਸ਼ਾਂ ਨੂੰ ਇਸ ਦੇ ਬਾਰੇ ਜਾਣਕਾਰੀ ਹਾਸਲ ਹੋਈ ਤਾਂ ਉਹਨਾਂ ਨੇ ਬ੍ਰਿਟੇਨ ਦੇ ਨਾਲ ਆਵਾਜਾਈ ਜਾਣੀ ਕਿ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ। ਪਰ ਹੁਣ ਕੈਨੇਡਾ ਦੇ ਵਿੱਚ ਵੀ ਇਸ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆਏ ਹਨ। ਕੈਨੇਡਾ ਦੇ ਵਿੱਚ ਕੋਵਿਡ-19 ਦੇ ਨਵੇਂ ਸਟ੍ਰੇਨ ਦੇ 3 ਮਾਮਲੇ ਮਿਲੇ ਹਨ। ਸਭ ਤੋਂ ਪਹਿਲਾਂ ਕੈਨੇਡਾ ਦੇ ਓਨਟਾਰੀਓ ਦੇ ਵਿੱਚ ਕੋਵਿਡ-19 ਨਵੇਂ ਸਟ੍ਰੇਨ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਹੜਕੰਪ ਮਚ ਗਈ। ਇੱਕ ਜੋੜਾ ਇਸ ਬਿਮਾਰੀ ਦੇ ਨਾਲ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਇਆ। ਓਨਟਾਰੀਓ ਦੇ ਮੁੱਖ ਸਿਹਤ ਅਧਿਕਾਰੀ ਡਾਕਟਰ ਬਾਰਬਰਾ ਯਾਫ ਮੁਤਾਬਕ ਦੁਰਹਮ ਨਿਵਾਸੀ ਜੋੜੇ ਦੇ ਕੋਰੋਨਾ ਦੇ ਇਸ ਨਵੇਂ ਸਟ੍ਰੇਨ ਦੇ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਮੈਡੀਕਲ ਪ੍ਰੋਟੋਕਾਲ ਦੇ ਤਹਿਤ ਇਹਨਾਂ ਦੋਹਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਤੀਜਾ ਮਾਮਲਾ ਵੀ ਸਾਹਮਣੇ ਆਇਆ, ਜੋ ਕਿ ਓਟਵਾ ਨਿਵਾਸੀ ਇੱਕ ਵਿਅਕਤੀ ਇਸ ਦੀ ਲਪੇਟ ਦੇ ਵਿੱਚ ਆਇਆ ਹੈ। ਨਾਲ ਹੀ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਇਸ ਨਵੇਂ ਸਟ੍ਰੇਨ ਦਾ ਮਾਮਲਾ ਸਾਹਮਣੇ ਆਇਆ। ਜੋ ਵਿਅਕਤੀ ਓਟਵਾ ਦੇ ਵਿੱਚ ਇਸ ਵਾਇਰਸ ਦੇ ਨਾਲ ਸੰਕਰਮਿਤ ਪਾਇਆ ਗਿਆ, ਉਹ ਹਾਲ ਹੀ ਦੇ ਵਿੱਚ ਬ੍ਰਿਟੇਨ ਦੀ ਯਾਤਰਾ ਕਰਕੇ ਵਾਪਸ ਆਇਆ ਸੀ ਤੇ ਹੁਣ ਉਸ ਨੂੰ ਆਈਸੋਲੇਟ ਜਾਣੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਐਸਟ੍ਰਾਜੇਨੇਕਾ ਵੱਲੋਂ ਕੋਵਿਡ-19 ਦੇ ਨਵੇਂ ਸਟ੍ਰੇਨ ਨੂੰ ਲੈ ਕੇ ਇੱਕ ਦਾਅਵਾ ਕੀਤਾ ਗਿਆ। ਉਹਨਾਂ ਕਿਹਾ ਹੈ ਕਿ ਉਹਨਾਂ ਦਾ ਵੈਕਸੀਨ ਇਸ ਨਵੇਂ ਕੋਰੋਨਾ ਦੇ ਰੂਪ ਦੇ ਉੱਪਰ ਵੀ ਅਸਰਦਾਰ ਹੈ। UK ਦੇ ਵਿੱਚ ਇਸ ਨੂੰ ਇਸ ਹਫ਼ਤੇ ਮਨਜ਼ੂਰੀ ਮਿਲ ਸਕਦੀ ਹੈ ਕਿਉਂਕਿ ਰਿਵਿਊ ਅਧੀਨ ਹੈ ਇਸ ਸਮੇਂ ਐਸਟ੍ਰਾਜੇਨੇਕਾ ਦਾ ਟੀਕਾ। ਇੱਥੇ ਸ਼ੁਰੂਆਤ ਦੇ ਵਿੱਚ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਚੱਕੇ ਗਏ ਸੀ ਕਿ ਐਸਟ੍ਰਾਜੇਨੇਕਾ ਦਾ ਜੋ ਟੀਕਾ ਹੈ ਉਹ ਫਾਈਜ਼ਰ ਨਾਲੋਂ ਘੱਟ ਪ੍ਰਭਾਵਸ਼ਾਲੀ ਹੈ, ਪਰ ਇਸ ਦੇ ਚੱਲਦਿਆਂ ਜਾਣਕਾਰੀ ਦਿੱਤੀ ਗਈ ਹੈ। ਕੀ ਹੈ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਖਬਰ ਦੇ ਵਿੱਚ।
ਯੂਕੇ ਦੇ ਵਿੱਚ ਕਰੋਨਾ ਵਾਇਰਸ ਦਾ ਨਵਾਂ ਰੂਪ ਮਿਲਿਆ, ਉਸਨੇ ਬਾਕੀ ਦੇਸ਼ਾਂ ਦੇ ਵਿੱਚ ਖਲਬਲੀ ਮਚਾ ਦਿੱਤੀ। ਇਹ ਕੋਵਿਡ-19 ਦਾ ਸਟ੍ਰੇਨ ਹੁਣ ਕਈ ਦੇਸ਼ਾਂ ਤੱਕ ਪਹੁੰਚ ਚੁੱਕਿਆ ਹੈ। ਐਸਟ੍ਰਾਜੈਨੇਕਾ ਨੇ ਦਾਅਵਾ ਕੀਤਾ ਹੈ ਕਿ ਇਸ ਨਵੇਂ ਕਰੋਨਾ ਦੇ ਰੂਪ ਦੇ ਉੱਪਰ ਉਹਨਾਂ ਦਾ ਟੀਕਾ ਅਸਰਦਾਰ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਐਸਟ੍ਰਾਜੈਨੇਕਾ ਦੇ ਟੀਕੇ ਨੂੰ ਯੂਕੇ ਦੇ ਵਿੱਚ ਇਸ ਹਫ਼ਤੇ ਮਨਜ਼ੂਰੀ ਮਿਲ ਸਕਦੀ ਹੈ। ਇਸ ਟੀਕੇ ਦੇ ਚੀਫ ਐਗਜ਼ੀਕਿਊਟਿਵ ਨੇ ਜਾਣਕਾਰੀ ਸਾਂਝੀ ਕੀਤੀ ਹੈ। ਕਈਆਂ ਵੱਲੋਂ ਇਸ ਨੂੰ ਲੈ ਕੇ ਸ਼ੰਕਾ ਵੀ ਜਤਾਈ ਗਈ ਸੀ ਕਿ ਜੋ ਕਰੋਨਾ ਟੀਕਾ ਆਕਸਫੋਰਡ ਯੂਨੀਵਰਸਿਟੀ ਨੇ ਤਿਆਰ ਕੀਤਾ ਹੈ ਉਹ ਫਾਈਜ਼ਰ ਦੇ ਟੀਕੇ ਜਿੰਨਾ ਪ੍ਰਭਾਵਸ਼ਾਲੀ ਨਹੀਂ ਹੈ, ਕਿਉਂਕਿ ਇਸ ਦੇ ਨਤੀਜਿਆਂ ਦੇ ਵਿੱਚ 70% ਇਫੈਕਟਿਵ ਇਸ ਨੂੰ ਪਾਇਆ ਗਿਆ ਸੀ, ਜਦਕਿ ਫਾਈਜ਼ਰ 95% ਅਸਰਦਾਰ ਹੈ। ਇਸ ਕੰਪਨੀ ਦੇ ਚੀਫ ਐਗਜ਼ੀਕਿਊਟਿਵ ਨੇ ਕਿਹਾ ਹੈ ਕਿ ਸਾਨੂੰ ਵਿਨਿੰਗ ਫਾਰਮੂਲਾ ਲੱਭ ਗਿਆ ਹੈ। ਇਸ ਟੀਕੇ ਦੇ 2 ਸ਼ਾਟਸ ਦੇ ਨਾਲ ਜ਼ਿਆਦਾ ਅਸਰ ਹੋਵੇਗਾ। ਉਧਰ ਬ੍ਰਿਟੇਨ ਸਰਕਾਰ ਨੇ ਕਿਹਾ ਹੈ ਕਿ ਉਹ ਐਸਟ੍ਰਾਜੈਨੇਕਾ ਵੈਕਸੀਨ ਨੂੰ ਰਿਵਿਊ ਕਰ ਰਹੀ ਹੈ ਤੇ ਉਮੀਦ ਹੈ ਕਿ ਇਸ ਟੀਕੇ ਨੂੰ ਹਰੀ ਝੰਡੀ ਮਿਲ ਸਕਦੀ ਹੈ। ਦੱਸੀਏ ਕਿ ਕੋਵਿਡ-19 ਦਾ ਇਹ ਜੋ ਨਵਾਂ ਸਟ੍ਰੇਨ ਬ੍ਰਿਟੇਨ ਦੇ ਵਿੱਚ ਮਿਲਿਆ, ਉਸਨੇ ਬਾਕੀ ਦੇਸ਼ਾਂ ਦੀ ਅਤੇ ਸਿਹਤ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ ਹੈ। ਅਜਿਹੇ ਦੇ ਵਿੱਚ ਹੁਣ ਬਾਕੀ ਦੇਸ਼ਾਂ ਨੇ ਕਾਰਵਾਈ ਕਰਦਿਆਂ ਬ੍ਰਿਟੇਨ ਦੇ ਨਾਲ ਤਾਂ ਉਡਾਨਾਂ ਨੂੰ ਰੱਦ ਕਰ ਦਿੱਤਾ ਹੈ, ਪਰ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਮਾਮਲੇ ਆਉਣੇ ਸ਼ੁਰੂ ਹੋ ਗਏ ਹਨ। ਓਨਟਾਰੀਓ ਦੇ ਵਿੱਚ ਕੋਵਿਡ-19 ਵੈਕਸੀਨੇਸ਼ਨ ਦੇ ਵਿੱਚ ਰੋਕ ਲੱਗ ਗਈ ਹੈ। ਇਸ ਕਰਕੇ ਹੋਇਆ ਹੈ ਕਿਉਂਕਿ ਇੱਥੇ ਕ੍ਰਿਸਮਸ ਦੀਆਂ ਛੁੱਟੀਆਂ ਕਾਰਨ ਸਟਾਫ ਦੇ ਵਿੱਚ ਕਮੀ ਦੇਖੀ ਗਈ ਹੈ। ਇਸ ਦੇ ਚੱਲਦਿਆਂ ਇਹ ਜਾਣਕਾਰੀ ਓਨਟਾਰੀਓ ਗਵਰਨਮੈਂਟ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਖਬਰ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕਿਸ ਹਿੱਸੇ ਤੋਂ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਕੈਨੇਡਾ ਦੇ ਵਿੱਚ ਮੌਜੂਦਾ ਕੀ ਕੇਸਿਸ ਓਵਰਵਿਊ ਹੈ, ਦੱਸਾਂਗੇ ਤੁਹਾਨੂੰ ਇਸ ਖਬਰ ਦੇ ਵਿੱਚ। ਓਨਟਾਰੀਓ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਸਟਾਫ ਦੀ ਕਮੀ ਦੇ ਚੱਲਦਿਆਂ ਇੱਥੇ ਵੈਕਸੀਨੇਸ਼ਨ ਰੋਕ ਦਿੱਤੀ ਗਈ ਹੈ। ਇਸ ਸਟਾਫ ਦੀ ਸ਼ਾਰਟੇਜ ਕ੍ਰਿਸਮਸ ਦੀਆਂ ਛੁੱਟੀਆਂ ਕਰਕੇ ਆਈ। ਸਰਕਾਰੀ ਵੈਬ ਪੇਜ ਦੇ ਮੁਤਾਬਕ ਕ੍ਰਿਸਮਸ ਦੀ ਦੁਪਹਿਰ ਤੱਕ 1756 ਡੋਜ਼ਸ ਦਿੱਤੀਆਂ ਜਾ ਚੁੱਕੀਆਂ ਨੇ। ਦੱਸੀਏ ਕਿ ਓਨਟਾਰੀਓ ਦੇ ਵਿੱਚ ਰੋਜ਼ਾਨਾ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ, ਜਿਸ ਦੇ ਚੱਲਦਿਆਂ ਹੁਣ ਇੱਥੇ ਪਾਬੰਦੀਆਂ ਮੁੜ ਤੋਂ ਲਗਾ ਦਿੱਤੀਆਂ ਗਈਆਂ ਨੇ, ਜਾਣੀ ਕਿ ਓਨਟਾਰੀਓ ਦੇ ਵਿੱਚ ਇਸ ਸਮੇਂ ਲਾਕਡਾਊਨ ਹੈ। ਕੋਵਿਡ-19 ਦੇ ਨਾਲ ਸੰਬੰਧਿਤ ਇੱਕ ਹੋਰ ਅਹਿਮ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਵਿੱਚ ਕੋਵਿਡ-19 ਦੇ ਕਾਰਨ 15,000 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਕਿਊਬੈਕ ਦੇ ਵਿੱਚ 37 ਮੌਤਾਂ ਦਰਜ ਹੋਈਆਂ, ਜਿਸ ਤੋਂ ਬਾਅਦ ਇਹ ਅੰਕੜਾ 15,000 ਤੋਂ ਪਾਰ ਹੋ ਗਿਆ। 24 ਘੰਟਿਆਂ ਦੌਰਾਨ ਕਿਊਬੈਕ ਤੋਂ 2,265 ਮਾਮਲੇ ਸਾਹਮਣੇ ਆਏ ਅਤੇ 37 ਮੌਤਾਂ ਵੀ ਦਰਜ ਕੀਤੀਆਂ ਗਈਆਂ। ਇਹਨਾਂ ਹੋਈਆਂ ਮੌਤਾਂ ਤੋਂ ਬਾਅਦ ਕੁੱਲ ਮੌਤਾਂ ਦਾ ਅੰਕੜਾ 8,060 ਹੋ ਚੁੱਕਾ ਹੈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,124 ਦੇ ਕਰੀਬ ਹੈ, ਜਿਨ੍ਹਾਂ ਦੇ ਵਿੱਚੋਂ 150 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਤੋਂ 24 ਘੰਟੇ ਦੌਰਾਨ 107 ਮਾਮਲੇ ਰਿਪੋਰਟ ਹੋਏ ਅਤੇ 9 ਮੌਤਾਂ ਵੀ ਇਸ ਵਾਇਰਸ ਕਾਰਨ ਇੱਥੇ ਹੋਈਆਂ ਹਨ। 1,076 ਦੇ ਕਰੀਬ ਟੈਸਟ ਕੀਤੇ ਗਏ। 343 ਮਰੀਜ਼ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਚੋਂ 37 ਇੰਟੈਂਸਿਵ ਕੇਅਰ ਅਧੀਨ ਹਨ। ਹੁਣ ਤੱਕ ਇੱਥੇ 24,252 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਦੇ ਵਿੱਚੋਂ 4,442 ਐਕਟਿਵ ਕੇਸਿਸ ਨੇ। ਹੁਣ ਤੱਕ ਕੈਨੇਡਾ ਦੇ ਵਿੱਚ 5,57,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। 15,001 ਦੇ ਕਰੀਬ ਲੋਕਾਂ ਦੀ ਜਾਨ ਜਾ ਚੁੱਕੀ ਹੈ। ਰਿਕਵਰਡ ਹੋਣ ਵਾਲੇ ਕੇਸਿਸ ਇੱਥੇ 4,60,000 ਦੇ ਕਰੀਬ ਹਨ, ਜਾਣੀ ਕਿ ਜਿਨ੍ਹਾਂ ਵੱਲੋਂ ਇਸ ਵਾਇਰਸ ਨੂੰ ਮਾਤ ਦਿੱਤੀ ਗਈ ਹੈ। ਕੋਵਿਡ-19 ਦੇ ਕਾਰਨ ਅਮਰੀਕਨਸ ਦੇ ਲਈ ਸਾਲ 2020 ਦਾ ਆਖਰੀ ਮਹੀਨਾ ਜਾਨੀ ਦਸੰਬਰ ਕਾਫੀ ਜ਼ਿਆਦਾ ਭਾਰੀ ਰਿਹਾ ਹੈ। ਇਸ ਮਹੀਨੇ ਦੇ ਵਿੱਚ ਹੀ ਅਮਰੀਕਾ ਅੰਦਰ ਸਭ ਤੋਂ ਜ਼ਿਆਦਾ ਮੌਤਾਂ ਕਰੋਨਾ ਵਾਇਰਸ ਕਾਰਨ ਹੋਈਆਂ ਨੇ। ਕੋਵਿਡ-19 ਦੇ ਕਾਰਨ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ, ਪਰ ਉਧਰ ਮੌਤਾਂ ਦਾ ਅੰਕੜਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਚਿੰਤਾ ਜ਼ਰੂਰ ਸਿਹਤ ਮਾਹਿਰਾਂ ਵਾਸਤੇ ਵੀ ਬਣੀ ਹੋਈ ਹੈ। ਅਜਿਹੇ ਦੇ ਵਿੱਚ ਜੋ ਹੁਣ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ, ਉਹਨਾਂ ਵਾਸਤੇ ਵੀ ਇਹ ਇੱਕ ਚੁਣੌਤੀ ਹੈ ਕਿ ਹਾਲਾਤਾਂ ਨੂੰ ਇੱਥੇ ਜਲਦ ਤੋਂ ਕਾਬੂ ਕੀਤਾ ਜਾਵੇ। ਵੈਕਸੀਨੇਸ਼ਨ ਦੀ ਚਾਹੇ ਸ਼ੁਰੂਆਤ ਕਰ ਦਿੱਤੀ ਗਈ ਹੈ, ਪਰ ਜੋ ਨਵੇਂ ਮਾਮਲਿਆਂ ਦਾ ਅੰਕੜਾ ਹੈ ਤੇ ਮੌਤਾਂ ਦਾ ਅੰਕੜਾ ਉਹ ਅਜੇ ਤੱਕ ਕੰਟਰੋਲ ਵਿੱਚ ਨਹੀਂ ਆਇਆ। ਅਮਰੀਕਾ ਦੇ ਵਿੱਚ ਕਰੋਨਾ ਦੇ ਨਾਲ ਦਸੰਬਰ ਦੇ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ। ਹੁਣ ਤੱਕ 63,000 ਤੋਂ ਜ਼ਿਆਦਾ ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਜਿੱਥੇ ਇੱਕ ਪਾਸੇ ਕਰੋਨਾ ਵਾਇਰਸ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ਹੈ, ਉੱਥੇ ਹੀ ਮੌਤਾਂ ਦੇ ਮਾਮਲੇ ਦੇ ਵਿੱਚ ਵੀ ਅਮਰੀਕਾ ਦਾ ਨੰਬਰ ਪਹਿਲਾ ਹੈ। ਇਹ ਆਖਰੀ ਸਾਲ 2020 ਦਾ ਆਖਰੀ ਮਹੀਨਾ ਅਮਰੀਕਨਸ ਦੇ ਲਈ ਕਾਫੀ ਭਿਆਨਕ ਸਾਬਤ ਹੋਇਆ। ਇੱਥੇ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਕਰੋਨਾ ਦੇ ਨਾਲ ਸਭ ਤੋਂ ਜ਼ਿਆਦਾ ਮੌਤਾਂ ਦਸੰਬਰ ਦੇ ਵਿੱਚ ਹੋਈਆਂ। ਕੋਵਿਡ ਟਰੈਕਿੰਗ ਪ੍ਰੋਜੈਕਟ ਦੀ ਇੱਕ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਰਿਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਦੇਸ਼ ਦੇ ਵਿੱਚ ਲਗਾਤਾਰ ਕਰੋਨਾ ਦੇ ਮਾਮਲੇ, ਮੌਤਾਂ ਅਤੇ ਹਸਪਤਾਲ ਦੇ ਵਿੱਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਰਿਪੋਰਟ ਮੁਤਾਬਕ ਇਸ ਮਹੀਨੇ ਦੇ ਵਿੱਚ ਕੋਰੋਨਾ ਕਾਰਨ 63,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਲਗਭਗ 7 ਦਿਨਾਂ ਦੇ ਵਿੱਚ ਰੋਜ਼ਾਨਾ 2,219 ਮੌਤਾਂ ਹੋਈਆਂ। ਫਿਲਹਾਲ ਇੱਥੇ 1,17,000 ਤੋਂ ਜ਼ਿਆਦਾ ਲੋਕ ਕੋਰੋਨਾ ਦੇ ਨਾਲ ਸੰਕਰਮਿਤ ਹਨ, ਜਾਣੀ ਕਿ ਕੋਵਿਡ-19 ਵਾਇਰਸ ਦੀ ਲਪੇਟ ਦੇ ਵਿੱਚ ਨੇ। ਹਸਪਤਾਲ ਭਰਤੀ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਲੋਕ ਸਰੀਰਕ ਦੂਰੀ ਅਤੇ ਹੋਰ ਯਤਨਾਂ ਦੀ ਸਖਤੀ ਦੇ ਨਾਲ ਪਾਲਣਾ ਕਰਦੇ ਹਨ ਤਾਂ ਹੋਰ ਮਾਮਲੇ ਆਉਣ ਦੇ ਵਿੱਚ ਥੋੜਾ ਘਾਟਾ ਹੋ ਸਕਦਾ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕ੍ਰਿਸਮਸ ਦੀ ਛੁੱਟੀ ਦੌਰਾਨ ਯਾਤਰਾ ਜਾਰੀ ਟਰੈਵਲ ਤੋਂ ਬਚਣ ਦੇ ਲਈ ਅਤੇ ਲੋਕਾਂ ਨੂੰ ਘਰ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵਿੱਚ ਹੁਣ ਤੱਕ 1,91,00,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 3,32,000 ਤੋਂ ਜ਼ਿਆਦਾ ਲੋਕਾਂ ਦੀ ਜਾਂਚ ਆ ਚੁੱਕੀ ਹੈ। ਦੁਨੀਆ ਭਰ ਦੇ 23% ਤੋਂ ਜ਼ਿਆਦਾ ਮਾਮਲੇ ਅਮਰੀਕਾ ਦੇ ਵਿੱਚ ਹੀ ਸਾਹਮਣੇ ਆਏ ਨੇ। ਮਾਮਲਾ ਫ੍ਰਿਜ਼ਨੋ ਤੋਂ ਸਾਹਮਣੇ ਆਇਆ, ਜਿੱਥੇ ਇੱਕ ਗੈਸ ਸਟੇਸ਼ਨ ਦੇ ਉੱਪਰ ਲੁੱਟ ਹੋਈ ਹੈ। ਸੋ ਇਹ ਲੁੱਟ ਕਰਨ ਵਾਲੇ ਦੀ ਜੋ ਫੁਟੇਜ ਹੈ ਉਹ ਕੈਮਰੇ ਦੇ ਵਿੱਚ ਕੈਦ ਹੋ ਗਈ। ਜਾਣਕਾਰੀ ਇਸ ਦੇ ਨਾਲ ਸੰਬੰਧਿਤ ਸਾਂਝੀ ਕੀਤੀ ਗਈ ਹੈ, ਉਹ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ। ਮਾਮਲਾ ਫ੍ਰਿਜ਼ਨੋ ਤੋਂ ਸਾਹਮਣੇ ਆਇਆ, ਜਿੱਥੇ ਇੱਥੋਂ ਦੇ ਇੱਕ ਗੈਸ ਸਟੇਸ਼ਨ ਦੇ ਵਿੱਚ ਹਥਿਆਰਬੰਦ ਵਿਅਕਤੀ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਵਾਰਦਾਤ ਦੇ ਵਿੱਚ ਸੈਂਟਰਲ ਫ੍ਰਿਜ਼ਨੋ ਦੇ ਗੈਸ ਸਟੇਸ਼ਨ ਦੀ ਲੁੱਟ ਦੌਰਾਨ ਦੋਸ਼ੀ ਵਿਅਕਤੀ ਵੱਲੋਂ 2 ਗੋਲੀਆਂ ਵੀ ਚਲਾਈਆਂ ਗਈਆਂ। ਇਸ ਵਿੱਚ ਡਿਊਟੀ ਤੇ ਮੌਜੂਦ ਕਲਰਕ ਦਾ ਬਚਾਅ ਰਿਹਾ। ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਘਟਨਾ 1155W ਵੈਲਮੌਂਟ ਐਵੀਨਿਊ ਦੇ ਗੈਸ ਸਟੇਸ਼ਨ ਦੇ ਵਿੱਚ ਵਾਪਰੀ ਹੈ। ਇਸ ਘਟਨਾ ਦੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋ ਗਈ। ਇਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਦੇਖਿਆ ਜਾ ਸਕਦਾ ਹੈ ਕਿ ਇੱਕ ਆਦਮੀ ਨੇ ਹੁੱਡੀ ਪਾਈ ਹੋਈ ਹੈ, ਗੈਸ ਸਟੇਸ਼ਨ ਦੇ ਸਟੋਰ ਦੇ ਵਿੱਚ ਘੁੰਮਦਾ ਨਜ਼ਰ ਆਉਂਦਾ ਹੈ, ਜਿਸ ਦੇ ਸੱਜੇ ਹੱਥ ਦੇ ਵਿੱਚ ਇੱਕ ਬੰਦੂਕ ਫੜੀ ਹੋਈ ਹੈ। ਦੋਸ਼ੀ ਵਿਅਕਤੀ ਨੇ ਕਾਊਂਟਰ ਕੋਲ ਜਾ ਕੇ ਬੰਦੂਕ ਤਾਣਦੇ ਹੋਏ ਅਤੇ ਹੋਰ ਗ੍ਰਾਹਕਾਂ ਨੂੰ ਡਰਾਉਂਦੇ ਹੋਏ ਕਲਰਕ ਤੋਂ ਪੈਸੇ ਮੰਗੇ। ਇਸ ਦੌਰਾਨ ਹਮਲਾਵਰ ਨੇ ਕਾਊਂਟਰ ਦੇ ਇੱਕ ਪ੍ਰੋਟੈਕਟਿਵ ਸਕਰੀਨ ਦੇ ਵਿੱਚ ਦੀ ਕਲਰਕ ਵੱਲ 2 ਗੋਲੀਆਂ ਚਲਾਈਆਂ ਤੇ ਕਾਊਂਟਰ ਤੋਂ ਪੈਸੇ ਇਕੱਠੇ ਕਰਕੇ ਚਲਾ ਗਿਆ। ਇਸ ਘਟਨਾ ਦੇ ਵਿੱਚ ਕਿੰਨੀ ਰਾਸ਼ੀ ਲੁੱਟੀ ਗਈ ਹੈ, ਇਸ ਬਾਰੇ ਫਿਲਹਾਲ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਦੇ ਬਾਰੇ ਪੂਰੀ ਪੜਤਾਲ ਕੀਤੀ ਜਾ ਸਕੇ। ਸੋ ਆਖਿਰਕਾਰ ਡੋਨਲਡ ਟਰੰਪ ਮੰਨ ਹੀ ਗਏ ਹਨ ਤੇ ਉਹਨਾਂ ਵੱਲੋਂ ਜੋ ਰਾਹਤ ਬਿੱਲ ਹੈ ਉਸ ਦੇ ਉੱਪਰ ਦਸਤਖਤ ਕਰ ਦਿੱਤੇ ਗਏ। ਕਾਫੀ ਦਿਨਾਂ ਤੋਂ ਉਹਨਾਂ ਵੱਲੋਂ ਇਸ ਚੀਜ਼ ਨੂੰ ਮਨਾ ਕੀਤਾ ਜਾ ਰਿਹਾ ਸੀ ਕਿ ਉਹ ਇਸ ਦੇ ਉੱਪਰ ਦਸਤਖਤ ਨਹੀਂ ਕਰਨਗੇ, ਸਾਈਨ ਨਹੀਂ ਕਰਨਗੇ, ਜੋ ਇੱਕ ਰਾਹਤ ਪੈਕੇਜ ਹੈ, ਪਰ ਆਖਿਰਕਾਰ ਉਹਨਾਂ ਵੱਲੋਂ ਹੁਣ ਇਸ ਦੇ ਉੱਪਰ ਦਸਤਖਤ ਕਰ ਦਿੱਤੇ ਗਏ ਨੇ। ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ $900 ਬਿਲੀਅਨ ਦੇ ਕਰੋਨਾ ਰਾਹਤ ਬਿੱਲ ਉੱਤੇ ਦਸਤਖਤ ਜਾਣੀ ਕਿ ਸਾਈਨ ਕਰ ਦਿੱਤੇ। ਇਸ ਤਰ੍ਹਾਂ ਉਹਨਾਂ ਨੇ ਕਈ ਦਿਨਾਂ ਤੋਂ ਚੱਲਦੀ ਆ ਰਹੀ ਟਾਲ ਮਟੋਲ ਨੂੰ ਖਤਮ ਕਰ ਦਿੱਤਾ। ਅਮਰੀਕਾ ਦੇ ਵਿੱਚ ਵਪਾਰੀ ਅਤੇ ਆਮ ਲੋਕਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ। ਇਸ ਬਿੱਲ ਦੇ ਨਾਲ ਅਮਰੀਕਾ ਦੇ ਵਿੱਚ ਕੋਰੋਨਾ ਕਾਰਨ ਰੋਜ਼ਗਾਰ ਗਵਾਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਟਰੰਪ ਨੇ ਐਤਵਾਰ ਰਾਤ ਨੂੰ ਇੱਕ ਬਿਆਨ ਵਿੱਚ ਦਸਤਖਤ ਕਰਨ ਦਾ ਐਲਾਨ ਕੀਤਾ, ਜਿਸ ਵਿੱਚ ਕੋਰੋਨਾ ਰਾਹਤ ਬਾਰੇ ਗੱਲ ਕੀਤੀ ਗਈ ਸੀ। ਇਸ ਬਿੱਲ ਦੇ ਵਿੱਚ $2,000 ਦੀ ਥਾਂ $600 ਦੀ ਰਾਹਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰਿਪਬਲਿਕਨ ਪਾਰਟੀ ਨੇ ਕਾਂਗਰਸ ਤੋਂ ਮੰਗ ਕੀਤੀ ਸੀ ਕਿ ਰਾਹਤ ਰਾਸ਼ੀ ਨੂੰ $2,000 ਕੀਤਾ ਜਾਵੇ। ਬਿਆਨ ਦੇ ਵਿੱਚ ਟਰੰਪ ਨੇ ਕਿਹਾ, ਮੈਂ ਕੋਰੋਨਾ ਰਾਹਤ ਬਿੱਲ ਨੂੰ ਇੱਕ ਮਜ਼ਬੂਤ ਸੁਨੇਹੇ ਦੇ ਨਾਲ ਦਸਤਖਤ ਕਰਾਂਗਾ, ਜੋ ਕਾਂਗਰਸ ਨੂੰ ਸਪਸ਼ਟ ਕਰਦਾ ਹੈ ਕਿ ਬੇਕਾਰ ਵਸਤੂਆਂ ਨੂੰ ਹਟਾਉਣ ਦੀ ਜ਼ਰੂਰਤ ਹੈ। ਹਾਲਾਂਕਿ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਾਂਗਰਸ ਨੂੰ ਨਵਾਂ ਸੰਕਰਮਣ ਭੇਜਣਗੇ, ਜੋ ਕਿ ਬਚਾਅ ਪ੍ਰੋਸੈਸ ਤਹਿਤ ਹਟਾਇਆ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਟਰੰਪ ਨੇ ਕੋਰੋਨਾ ਰਾਹਤ ਫੰਡ ਦੇ ਉੱਪਰ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਜ਼ਿਆਦਾਤਰ ਅਮਰੀਕਨਸ ਲਈ $600 ਦੀ ਸਹਾਇਤਾ ਕਾਫੀ ਨਹੀਂ ਹੈ ਅਤੇ ਉਹਨਾਂ ਨੇ ਸੰਸਦ ਨੂੰ ਇਸ ਰਾਸ਼ੀ ਨੂੰ ਵਧਾ ਕੇ $2,000 ਕਰਨ ਦੇ ਲਈ ਕਿਹਾ ਸੀ। ਪਰ ਆਖਿਰਕਾਰ ਟਰੰਪ ਮੰਨ ਹੀ ਗਏ ਤੇ ਉਹਨਾਂ ਨੇ ਇਸ ਰਾਹਤ ਬਿੱਲ ਦੇ ਉੱਪਰ ਦਸਤਖਤ ਕਰ ਦਿੱਤੇ ਨੇ। ਟੋਰਾਂਟੋ ਦੀ ਇੱਕ ਇਮਾਰਤ ਦੇ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। 5 ਅਲਾਰਮ ਵੱਜੇ ਤੇ ਉਸ ਤੋਂ ਬਾਅਦ ਲੋਕੀ ਇੱਥੋਂ ਭੱਜੇ। ਸੋ ਆਸਮਾਨ ਦੇ ਵਿੱਚ ਧੂਆਂ ਦਿਖਾਈ ਦਿੱਤਾ ਕਾਫੀ ਜ਼ਿਆਦਾ ਉਚਾਈ ਤੱਕ। ਫਾਇਰ ਬ੍ਰਿਗੇਡ ਵੱਲੋਂ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ ਗਈ ਅੱਗ ਦੇ ਉੱਪਰ ਕਾਬੂ ਪਾਉਣ ਦੀ। ਕਾਫੀ ਮੁਸ਼ੱਕਤ ਤੋਂ ਬਾਅਦ ਉਹਨਾਂ ਵੱਲੋਂ ਇਹ ਸਫਲਤਾ ਹਾਸਿਲ ਕੀਤੀ ਗਈ। ਇੱਕ ਰਾਹਤ ਦੀ ਖਬਰ ਇਸ ਦੇ ਵਿੱਚ ਇਹ ਸਾਹਮਣੇ ਆਈ ਹੈ ਕਿ ਇਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਮਾਰਤ ਦੇ ਵਿੱਚ ਕਿੰਨੀਆਂ ਚੀਜ਼ਾਂ ਸੜ ਕੇ ਸੁਆਹ ਹੋ ਗਈਆਂ ਇਸ ਦਾ ਅਜੇ ਅੰਦਾਜ਼ਾ ਨਹੀਂ ਲੱਗ ਸਕਿਆ। ਜਾਣਕਾਰੀ ਦਿੱਤੀ ਗਈ ਹੈ ਕਿ 2 ਦਿਨਾਂ ਦੇ ਅੰਦਰ ਇਹ ਪਤਾ ਲੱਗ ਜਾਏਗਾ ਕਿ ਕਿੰਨੀਆਂ ਚੀਜ਼ਾਂ ਨੁਕਸਾਨੀਆਂ ਗਈਆਂ ਨੇ। ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ, ਜਿੱਥੇ ਇੱਕ ਇਮਾਰਤ ਦੇ ਵਿੱਚ ਭਿਆਨਕ ਅੱਗ ਲੱਗ ਗਈ। ਇੱਥੇ 5 ਅਲਾਰਮ ਵੱਜੇ ਤੇ ਲੋਕਾਂ ਨੇ ਭੱਜਣਾ ਸ਼ੁਰੂ ਕਰ ਦਿੱਤਾ। ਟੋਰਾਂਟੋ ਫਾਇਰ ਕਰੂ ਦੇ ਮੁਤਾਬਕ ਇਹ ਘਟਨਾ ਐਤਵਾਰ ਸ਼ਾਮ 6:30 ਵਜੇ ਵਾਪਰੀ, ਜਿੱਥੇ ਇਮਾਰਤ ਨੂੰ ਅੱਗ ਲੱਗ ਗਈ।
ਰਾਹਤ ਦੀ ਖਬਰ ਹੈ ਕਿ ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਧਿਕਾਰੀਆਂ ਵੱਲੋਂ ਇਸ ਮੌਕੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਕਿਹਾ ਕਿ ਇਮਾਰਤ ਅੱਗ ਦੀਆਂ ਲਪਟਾਂ ਦੇ ਵਿੱਚ ਘਿਰੀ ਹੋਈ ਸੀ ਤੇ ਆਸਮਾਨ ਤੱਕ ਧੂੰਆਂ ਨਜ਼ਰ ਆ ਰਿਹਾ ਸੀ। ਲੋਕਾਂ ਨੇ ਇਸ ਅੱਗ ਦੀਆਂ ਤਸਵੀਰਾਂ ਤੇ ਵੀਡੀਓ ਸਾਂਝੀਆਂ ਕੀਤੀਆਂ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਪਰ ਅੱਗ ਬੇਕਾਬੂ ਰਹੀ। ਰਾਤ ਦੇ 10 ਵਜੇ ਤੱਕ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕਿਆ। ਬਿਲਡਿੰਗ ਦੇ ਅੰਦਰ ਸੜਿਆ ਹੋਇਆ ਮਲਬਾ ਡਿੱਗਿਆ ਹੋਇਆ ਸੀ ਅਤੇ ਮੌਸਮ ਵੀ ਖਰਾਬ ਸੀ। ਇਸ ਕਾਰਨ ਇਹ ਨਹੀਂ ਪਤਾ ਲੱਗ ਸਕਿਆ ਕਿ ਇਸ ਅੱਗ ਕਾਰਨ ਕਿੰਨਾ ਨੁਕਸਾਨ ਹੋਇਆ ਹੈ। ਇਸ ਲਈ ਕਿਹਾ ਜਾ ਰਿਹਾ ਹੈ ਕਿ ਅਗਲੇ 2 ਕੁ ਦਿਨਾਂ ਤੱਕ ਇਸ ਦਾ ਅੰਦਾਜ਼ਾ ਲਗਾਇਆ ਜਾ ਸਕੇਗਾ ਕਿ ਇਸ ਵਿੱਚ ਕਿੰਨਾ ਨੁਕਸਾਨ ਹੋਇਆ ਹੈ। ਜਿਸ ਬਿਲਡਿੰਗ ਦੇ ਵਿੱਚ ਅੱਗ ਲੱਗੀ ਉਹ ਰੇਲਵੇ ਪਟੜੀ ਦੇ ਨੇੜੇ ਹੈ, ਜਿਸ ਕਾਰਨ ਰੇਲ ਗੱਡੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਨੇ। ਦੱਸੀਏ ਕਿ ਟੋਰਾਂਟੋ ਫਾਇਰ ਇਨਵੈਸਟੀਗੇਟਰਸ ਵੱਲੋਂ ਇਸ ਦੇ ਸੰਬੰਧੀ ਅਜੇ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਬਾਰੇ ਪੂਰਾ ਪਤਾ ਲਗਾਇਆ ਜਾ ਸਕੇ। ਕੈਨੇਡਾ ਦੇ ਵਿੱਚ ਜਾਣ ਵਾਲੇ ਅੰਤਰਰਾਸ਼ਟਰੀ ਸਟੂਡੈਂਟਸ ਜਿਹੜੇ ਨੇ ਜਾਨੀ ਇੰਟਰਨੈਸ਼ਨਲ ਵਿਦਿਆਰਥੀ ਉਹ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣਗੇ। ਦਰਅਸਲ ਕੋਵਿਡ-19 ਦੇ ਚੱਲਦਿਆਂ ਟਰੈਵਲ ਦੇ ਉੱਪਰ ਆਵਾਜਾਈ ਦੇ ਉੱਪਰ ਰਿਸਟ੍ਰਿਕਸ਼ਨ ਕੈਨੇਡਾ ਦੇ ਵਿੱਚ ਮਾਰਚ ਮਹੀਨੇ ਤੋਂ ਲਗਾ ਦਿੱਤੀਆਂ ਗਈਆਂ। ਇਸ ਦਾ ਅਸਰ ਆਰਥਿਕਤਾ ਦੇ ਉੱਪਰ ਵੀ ਦੇਖਣ ਨੂੰ ਮਿਲਿਆ। ਇਹ ਜਿਹੜੇ ਵਿਦਿਆਰਥੀ ਹੁਣ ਕੈਨੇਡਾ ਦੇ ਵਿੱਚ ਪੜ੍ਹਾਈ ਵਾਸਤੇ ਜਾਣਗੇ ਉਹ ਕਾਫੀ ਇਸ ਦੇ ਵਿੱਚ ਮਦਦ ਕਰਨਗੇ ਤਾਂ ਕਿ ਆਰਥਿਕਤਾ ਨੂੰ ਇਕਨੋਮੀ ਨੂੰ ਸੁਧਾਰਿਆ ਜਾਵੇ। ਇੰਟਰਨੈਸ਼ਨਲ ਸਟੂਡੈਂਟਸ ਅਤੇ ਨਵੇਂ ਇਮੀਗ੍ਰੈਂਟਸ ਆਉਣ ਦੇ ਨਾਲ ਕੈਨੇਡਾ ਦੀ ਆਰਥਿਕਤਾ ਬਹਾਲ ਹੋਵੇਗੀ, ਜਾਣੀ ਕਿ ਬਿਹਤਰ ਹੋਵੇਗੀ। ਜੋ ਕੋਵਿਡ-19 ਦਾ ਅਸਰ ਕੈਨੇਡਾ ਦੀ ਇਕਨੋਮੀ ਦੇ ਉੱਪਰ ਪਿਆ ਹੈ ਉਸ ਨੂੰ ਹੁਲਾਰਾ ਮਿਲੇਗਾ। ਕਰੋਨਾ ਪੈਂਡੇਮਿਕ ਦਾ ਅਸਰ ਪੂਰੇ ਵਿਸ਼ਵ ਦੇ ਵਿੱਚ ਪਿਆ। ਸਾਰੇ ਦੇਸ਼ਾਂ ਵੱਲੋਂ ਆਉਣ ਵਾਲੇ ਯਾਤਰੀਆਂ ਦੇ ਉੱਪਰ ਰੋਕ ਲਗਾਈ ਗਈ। ਕੈਨੇਡਾ 'ਚ ਵੀ ਮਾਰਚ ਮਹੀਨੇ ਤੋਂ ਹੀ ਉਡਾਨਾਂ ਤੇ ਪਾਬੰਦੀਆਂ ਲਗਾਈਆਂ ਗਈਆਂ ਤਾਂ ਕਿ ਕਰੋਨਾ ਵਾਇਰਸ ਦੇ ਉੱਪਰ ਕਾਬੂ ਪਾਇਆ ਜਾ ਸਕੇ ਤੇ ਇਸ ਦੇ ਫੈਲਾਅ ਨੂੰ ਰੋਕਿਆ ਜਾਵੇ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ PR ਅਰਜ਼ੀਆਂ ਦੇ ਉੱਪਰ ਕੰਮ ਜਾਰੀ ਰੱਖਿਆ ਗਿਆ। ਐਕਸਪ੍ਰੈਸ ਐਂਟਰੀ ਡਰਾਅ ਵੀ ਕੱਢੇ ਗਏ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਗਈ। ਨਵੇਂ ਵਿਦਿਆਰਥੀ ਵੀ ਅਪਲਾਈ ਇਸ ਵਾਸਤੇ ਕਰ ਸਕਦੇ ਹਨ ਕਿਉਂਕਿ ਇਹਨਾਂ ਵਿਦਿਆਰਥੀਆਂ ਦਾ ਆਉਣਾ ਕੈਨੇਡਾ ਵਾਸਤੇ ਕਾਫੀ ਖਾਸ ਹੈ। ਪੈਂਡੇਮਿਕ ਦੇ ਚੱਲਦਿਆਂ ਕੈਨੇਡਾ ਦਾ ਟੀਚਾ ਹੈ ਕਿ ਜ਼ਿਆਦਾ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇ। EMPLOYEES ਦਾ ਵੀ ਇਸ ਤਹਿਤ ਸਵਾਗਤ ਕੀਤਾ ਜਾ ਰਿਹਾ ਹੈ। ਆਬਾਦੀ ਘੱਟ ਹੋਣ ਕਾਰਨ ਲੇਬਰ ਸ਼ਾਰਟੇਜ ਵੀ ਦੇਖੀ ਜਾ ਰਹੀ ਹੈ। ਜ਼ਿਆਦਾਤਰ ਉਹਨਾਂ ਕੰਮਾਂ ਦੇ ਵਿੱਚ ਲੇਬਰ ਘੱਟ ਹੈ ਜਿਨ੍ਹਾਂ ਵਾਸਤੇ ਸਿਰਫ ਇੱਕ ਡਿਪਲੋਮੇ ਦੀ ਜ਼ਰੂਰਤ ਹੈ। 2021 ਤੋਂ 2023 ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਕੈਨੇਡਾ ਦਾ ਟੀਚਾ ਸਾਲਾਨਾ 4 ਲੱਖ ਦਾ ਸਵਾਗਤ ਕਰਨਾ ਹੈ। ਸੋ ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਮਿਲੇ ਕਰੋਨਾ ਦੇ ਨਵੇਂ ਸਟ੍ਰੇਨ 3 ਮਾਮਲਿਆਂ ਨੇ ਮਚਾਇਆ ਹੜਕੰਪ। ਰਵੀ ਸਿੰਘ ਦੇ ਹੱਕ ਦੇ ਵਿੱਚ ਕੈਨੇਡਾ ਦੇ MP ਇੱਕ ਚੈਨਲ ਨੇ ਰਵੀ ਸਿੰਘ ਨੂੰ ਕਿਹਾ ਅੱਤਵਾਦੀ। ਕੈਨੇਡਾ ਦੇ ਵਿੱਚ ਫਿਰ ਉੱਠੀ ਕਿਸਾਨਾਂ ਦੇ ਲਈ ਆਵਾਜ਼, ਗੁਰਦੁਆਰਿਆਂ ਦੇ ਵਿੱਚ ਜਿੱਤ ਲਈ ਅਰਦਾਸਾਂ। ਹੁਣ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਆਵੇਗਾ ਸੁਧਾਰ, ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਹੋਵੇਗਾ ਖਾਸ ਰੋਲ। ਓਨਟਾਰੀਓ ਦੇ ਵਿੱਚ ਰੁਕੀ ਵੈਕਸੀਨੇਸ਼ਨ, ਜਾਣੋ ਕੀ ਹੈ ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।